जी की फतेह। साहिब बुढ़ा जी सुनो। हाजरा हजूर जुगो जुग अटल, ज्ञान दे समुंदर, बाणी दे बोहित, नाम दे सागर, कलयुगी जीवां दे तारनहार, धन 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 सतगुरु ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਿਆਰ 'ਚ ਜੁੜੇ ਹੋਏ ਗੁਰੂ ਰੂਪ ਖਾਲਸਾ ਪਿਆਰੀ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੇ ਹੋਂ ਸ਼ਾਮ ਦੇ ਦੀਵਾਨ 'ਚ ਜੁੜ ਕੇ ਲਾਹੀ ਲੈ ਰਹੇ ਹੋ, ਕੀਰਤਨ ਦਾ ਆਨੰਦ ਮਾਣਿਆ। ਆਓ ਕੁਝ ਸਮਾਂ ਸਤਿਗੁਰਾਂ ਦੇ ਇਤਿਹਾਸ ਨਾਲ ਜੁੜੀਏ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਮਹਾਨ ਬਖਸ਼ਿਸ਼ਾਂ ਕੀਤੀਆਂ, ਅੰਮ੍ਰਿਤਮਈ ਬਾਣੀ ਦੀ ਰਚਨਾ ਕੀਤੀ, ਬੀੜ ਸਾਹਿਬ ਜੀ ਦੇ ਸਰੂਪ ਤਿਆਰ ਹੋਏ। ਜੁਗੋ ਜੁਗ ਟਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਤਿਆਰ ਹੋ ਕੇ ਰਾਮਸਰ ਸਰੋਵਰ ਸੁਸ਼ੋਭਿਤ ਨੇ। ਵਿਚਾਰ ਕੀਤੀ ਬਾਬਾ ਜੀਆਂ ਨਾਲ। ਬਾਬਾ ਬੁੱਢਾ ਜੀਆਂ ਨੂੰ ਆਖਿਆ ਕਿ ਹੁਣ ਸਥਾਨ ਸਥਾਪਨ ਕਿੱਥੇ ਕਰੀਏ। ਬਾਬਾ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਆਪ ਜਾਣੀ ਜਾਣ ਹੋ, ਅੰਮ੍ਰਿਤਮਈ ਬਾਣੀ ਹਰਿਮੰਦਰ ਸਾਹਿਬ ਸਥਾਪਨ ਹੋਵੇ ਤਾਂ ਆਪ ਦੀ ਬੜੀ ਕਿਰਪਾ ਹੈ। ਤਾਂ ਸਤਿਗੁਰੂ ਪਾਤਸ਼ਾਹ ਹੁਣ ਉਪਮਾ ਕਰਦੇ ਨੇ ਹਰਿਮੰਦਰ ਸਾਹਿਬ ਜੀ ਦੀ। ਨਾਲੇ ਵਿਚਾਰ ਹੁੰਦਾ। ਆਓ ਪਿਆਰ ਨਾਲ ਇੱਥੋਂ ਅਗਲਾ ਇਤਿਹਾਸ ਸਰਵਣ ਕਰੀਏ। ਇੱਥੇ ਤੱਕ ਆਪ ਨੇ ਕੱਲ੍ਹ ਸੁਣਿਆ ਸੀ। ਮਨ ਜੋੜਦੇ ਰਸਨਾ ਪਵਿੱਤਰ ਕਰੀਏ, ਉਚਾਰਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਹਿਬ ਬੁੱਢਾ ਜੀ ਸੁਨੋ। ਸਤਿਗੁਰੂ ਪਾਤਸ਼ਾਹ ਆਖ ਰਹੇ ਨੇ, ਬਾਬਾ ਬੁੱਢਾ ਜੀ ਪਿਆਰ ਦੇ ਨਾਲ ਧਿਆਨ ਨਾਲ ਸੁਣੋ। ਮਹਿਮਾ ਅਪਾਰ, ਕਿਉਂਕਿ ਹਰਿਮੰਦਰ ਸਾਹਿਬ ਜੀ ਦੀ ਜੋ ਮਹਿਮਾ ਹੋ ਅਪਾਰ ਹੈ, ਪਾਰਾਵਾਰ ਤੋਂ ਰਹਿਤ ਹੈ। ਪ੍ਰਤੱਖ ਰੂਪ ਰਾਮਦਾਸ ਕੋ, ਕਿਉਂਕਿ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਤੱਖ ਸਰੂਪ ਹੈ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਸਤਿਗੁਰੂ ਪਾਤਸ਼ਾਹ ਜੀ ਦਾ ਆਪਣਾ ਰੂਪ ਸਰੂਪ ਹੈ ਹਰਿਮੰਦਰ ਸਾਹਿਬ, ਨਿਰੰਕਾਰ ਦਾ ਘਰ। ਅੱਜ ਤਰਕਵਾਦੀ ਲੋਕ ਅੱਖਾਂ ਤੋਂ ਅੰਨੇ, ਗਿਆਨ ਤੋਂ ਹੀਣੇ ਤਰਕ ਕਰਦੇ ਨੇ। ਉਹਨਾਂ ਨੂੰ ਹਮੇਸ਼ਾ ਹੀ ਮੁੱਖ 'ਤੇ ਚਪੇੜ ਵੱਜਦੀ ਆਈ ਹੈ ਅਤੇ ਹੁਣ ਵੀ ਵੱਜੂਗੀ। ਅਹਿਮਦ ਸਾਹਿਬ ਅਬਦਾਲੀ ਵਰਗਿਆਂ ਦੇ ਵੀ ਹਰਿਮੰਦਰ ਸਾਹਿਬ ਦੇ ਗੁੰਮਟ 'ਚੋਂ ਨਿਕਲ ਕੇ ਇੱਟ ਲੱਗੀ ਨੱਕ 'ਤੇ ਮਰਿਆ। ਅਤੇ ਅੱਜ ਦੇ ਜਿਹੜੇ ਬੋਲ ਬੋਲ ਕੇ ਹਰਿਮੰਦਰ ਸਾਹਿਬ ਜੀਆਂ ਦੇ ਉੱਤੇ ਅਟੈਕ ਕਰਨਾ ਚਾਹੁੰਦੇ ਨੇ, ਉਹਨਾਂ ਦੀਆਂ ਜ਼ਬਾਨਾਂ ਵੀ ਸੜਨਗੀਆਂ। ਇਹ ਤੁਹਾਡੇ ਸਾਹਮਣੇ ਹੋਣੇ ਨੇ ਖੇਡ। ਸੋ ਆਓ ਸਤਿਗੁਰੂ ਪਾਤਸ਼ਾਹ ਆਪ ਬਖਸ਼ਿਸ਼ਾਂ ਕਰ ਰਹੇ ਨੇ। ਪੰਚਮ ਪਾਤਸ਼ਾਹ ਕਿ ਧੰਨ ਗੁਰੂ ਰਾਮਦਾਸ ਪਿਤਾ ਸਤਿਗੁਰੂ ਚੌਥੇ ਗੁਰੂ ਨਾਨਕ ਦਾ ਸਰੂਪ ਹੈ। ਸੋਭਤ ਸ੍ਰੀ ਦਰਬਾਰ, ਬਹੁਤ ਸੋਭਾ ਪਾਉਂਦਾ ਦਰਬਾਰ ਸਾਹਿਬ ਅੰਮ੍ਰਿਤਸਰ ਹਰਿਮੰਦਰ। ਹਰਿਮੰਦਰ ਹਰ ਰੂਪ ਹੈ, ਹਰੀ ਮੰਦਰ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਹੀ ਸਰੂਪ ਹੈ। ਲక్ష్ਮੀ ਚਰਨ ਬਸਾਏ, ਜਿੱਥੇ ਲక్ష్ਮੀ ਸਦਾ ਹੀ ਚਰਨਾਂ 'ਚ ਬਸ ਰਹੀ ਹੈ। ਜੋ ਸ਼ਰਨ ਇਹ ਕੀ ਪੜੈ, ਜਿਹੜਾ ਵੀ ਆ ਕੇ ਹਰਿਮੰਦਰ ਸਾਹਿਬ ਸ਼ਰਨ ਪੈਂਦਾ ਹੈ, ਦਰਸ਼ਨ ਕਰਦਾ ਹੈ, ਨਮਸਕਾਰ ਕਰਦਾ ਹੈ, ਦਾਰਦ ਰਹਿ ਨਾ ਕਾਏ। ਉਹਦੇ ਜੀਵਨ ਦੇ ਵਿੱਚ ਦਲਿੱਦਰ ਦੀ ਕੋਈ ਗੱਲੇ ਨਹੀਂ ਰਹਿ ਜਾਂਦੀ। ਦੁਨਿਆਵੀ ਤੌਰ 'ਤੇ ਵੀ ਆਤਮਿਕ ਤੌਰ 'ਤੇ ਵੀ ਭਰਪੂਰ ਹੋ ਜਾਂਦਾ ਹੈ। ਚੌਪਈ ਦਇਆ ਸਿੰਧ ਭਾਖੇ ਪੁਨ ਬੈਨਾ। ਭਾਈ ਦਇਆ ਸਿੰਘ ਜੀ ਇਸ ਤਰ੍ਹਾਂ ਬਚਨ ਕਰਦੇ ਜਾ ਰਹੇ ਨੇ ਭਾਈ ਭਗਤ ਸਿੰਘ ਜੀਆਂ ਨਾਲ। ਗੁਰੂ ਇਤਿਹਾਸ ਦੀ ਰਚਨਾ ਇਹਾਂ ਰਹਿ ਸਭ ਹੀ ਹਮ ਰਹਿਣਾ। ਇਉਂ ਸਤਿਗੁਰੂ ਪਾਤਸ਼ਾਹ ਜੀਆਂ ਨੇ ਫਿਰ ਬਚਨ ਕੀਤਾ ਬਾਬਾ ਬੁੱਢਾ ਜੀ ਸਾਰੀ ਸੰਗਤਾਂ ਨੂੰ ਕਿ ਸਾਰੀਆਂ ਸੰਗਤਾਂ
ਰਾਮਸਰ ਸਰੋਵਰ ਇਸ ਸਥਾਨ ਤੇ ਹੀ ਅੱਜ ਸਾਰੀ ਰਾਤ ਬਿਰਾਜਮਾਨ ਰਹਿਣਾ ਹੈ। ਪ੍ਰਾਤ ਕਾਲ ਚੱਲੀਏ ਦਰਬਾਰਾ, ਅੰਮ੍ਰਿਤ ਵੇਲੇ ਹੀ ਦਰਬਾਰ ਸਾਹਿਬ ਜਾਵਾਂਗੇ। ਅਸਥਾਪਨ ਗੁਰੂ ਗ੍ਰੰਥ ਅਵਤਾਰਾ, ਅਵਤਾਰ ਸਰੂਪ ਬਾਣੀ ਦੇ ਨਿਰੰਕਾਰ ਸਰੂਪ ਸਥਾਪਨ ਹੋਣਗੇ। ਭੂਮ ਸੈਨ ਸਭ ਤਹਾਂ ਥਰਾਜੇ। ਇਸ ਤਰ੍ਹਾਂ ਸਾਰੀਆਂ ਸੰਗਤਾਂ ਸਤਿਗੁਰੂ ਮਹਾਰਾਜ ਆਪ ਵੀ ਫਿਰ ਨੀਚੇ ਆਸਣ, ਭੁੰਜੇ ਆਸਣ ਜਿਨ੍ਹਾਂ ਨੂੰ ਕਿਹਾ ਜਾਂਦਾ ਭੂਮ ਸੈਨ, ਸਤਿਗੁਰੂ ਮਹਾਰਾਜ ਆਪ ਵੀ ਬਿਰਾਜਮਾਨ ਨੀਚੇ ਹੋਈ ਹੋਏ। ਗੁਰੂ ਗ੍ਰੰਥ ਮੰਜੀ ਪਰ ਰਾਜੇ। ਧੰਨ ਜੁਗੋ ਜੁਗ ਟਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੰਜੀ ਸਾਹਿਬ ਤਖਤ ਪੋਸ ਤੇ ਬਿਰਾਜਮਾਨ ਸਨ। ਦਿਨ ਪਤੇ ਅਥਿਓ ਰਹਿਣ ਪਰ ਆਈ। ਸ਼ਾਮਾਂ ਹੋ ਜਾਂਦੀਆਂ ਨੇ, ਰਾਤ ਪੈ ਜਾਂਦੀ ਹੈ। ਨਖੇਤਰਨ ਸੋ ਮਿਲ ਸੋਭਾ ਪਾਈ। ਇਉਂ ਰਾਤ ਦੇ ਹਨੇਰੇ 'ਚ ਤਾਰੇ ਟਿਮਟਮਾਉਂਦੇ ਬੜੇ ਸੋਭਾ ਪਾ ਰਹੇ ਨੇ। ਭਿੰਨੀ ਰੈਣੜੀਏ ਚਮਕਣ ਤਾਰੇ। ਭੂਮਾਸਨ ਸਤਿਗੁਰ ਜੀ ਕੀਨੋ। ਸਤਿਗੁਰੂ ਮਹਾਰਾਜ ਆਪ ਵੀ ਨੀਚੇ ਹੀ ਆਸਣ ਲਾਇਆ ਹੈ। ਗੁਰੂ ਗ੍ਰੰਥ ਅਦ ਵਿੱਚ ਤਲੀਨੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਪ ਸਤਿਕਾਰ ਤੇ ਸੰਗਤਾਂ ਨੂੰ ਸਤਿਕਾਰ ਕਰਨ ਦਾ ਉਪਦੇਸ਼, ਕਿਉਂਕਿ ਬਾਣੀ ਨਿਰੰਕਾਰ ਦਾ ਸਰੂਪ ਹੈ। ਨਿਜ ਨਿਜ ਆਸਣ ਸਭ ਹੀ ਬੈਠੇ। ਆਪੋ ਆਪਣੇ ਸਾਰੇ ਨਿਜ ਆਸਣਾਂ ਤੇ ਵਿਸਰਾਮ ਕੀਤਾ। ਦਇਆ ਸਿੰਧ ਮਨ ਐਸੀ ਬੈਠੇ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਆਸਣ ਤੇ ਬਿਰਾਜਮਾਨ ਵਿਚਾਰਦੇ ਹਨ ਬੈਠੇ। ਨਿਜ ਮਨ ਇਹ ਵਿਚਾਰਤ ਭਏ। ਆਪਣੇ ਮਨ ਦੇ ਵਿੱਚ ਵਿਚਾਰ ਕਰਨ ਲੱਗੇ ਸੱਚੇ ਸਤਿਗੁਰੂ ਜੀ। ਗੁਰੂ ਗ੍ਰੰਥ ਸੇਵਕ ਕਹਿ ਕਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੁਣ ਸੇਵਾ ਦੇਣੀ ਆ। ਇਹ ਸੇਵਾ ਕਿਹਨਾਂ ਨੂੰ ਦਿੱਤੀ ਜਾਵੇ? ਬੇਦੀ ਸੋਢੀ ਕੋ ਦਿਓ ਸੇਵਾ। ਜੇ ਬੇਦੀਆਂ ਨੂੰ ਦਈਏ ਗੁਰੂ ਨਾਨਕ ਮਹਾਰਾਜ ਦੀ ਬੰਸ ਹੈ। ਜੇ ਤੇਹਣ ਗੁਰੂ ਅੰਗਦ ਦੇਵ ਮਹਾਰਾਜ ਜੀ ਭੱਲੇ, ਗੁਰੂ ਤੇਹਣ ਗੁਰੂ ਅੰਗਦ ਦੇਵ ਮਹਾਰਾਜ ਜੀ ਭੱਲੇ, ਗੁਰੂ ਅਮਰਦਾਸ ਮਹਾਰਾਜ ਜੀ ਤੇ ਸੋਢੀ ਸਾਡੀ ਬੰਸ ਹੈ। ਵੀ ਇਹ ਬੰਸਾਂ ਦੇ ਵਿੱਚੋਂ ਜੇ ਕਿਸੇ ਨੂੰ ਟਿੱਕੀਏ, ਬੰਸ ਊਚ ਮਾਨੈ ਨਿਜ ਭੇਵਾ। ਤਾਂ ਇਹ ਭੇਦ ਪੈਦਾ ਹੋ ਜਾਣਾ ਕਿ ਆਪਣੀ ਬੰਸ ਨੂੰ ਉੱਚਾ ਮੰਨਣ ਲੱਗ ਜਾਵੇਗਾ। ਦੋਹਰਾ ਚਾਰ ਗੁਰੂ ਸੇਵਾ ਕਰੀ। ਚਾਰਾਂ ਸਤਿਗੁਰੂ ਮਹਾਰਾਜ ਜੀਆਂ ਦੀ ਸੇਵਾ ਕੀਤੀ ਹੈ। ਪਾਇਓ ਪਰਮ ਨਿਧਾਨ। ਬਹੁਤ ਵੱਡਾ ਖਜ਼ਾਨਾ ਜਿਨ੍ਹਾਂ ਨੇ ਪ੍ਰਾਪਤ ਕੀਤਾ ਹੋਇਆ ਹੈ। ਸੇਵਕ ਕੀ ਇਹ ਵਸਤ ਹੈ। ਇਹ ਸੇਵਕ ਦੀ ਵਸਤੂ ਹੈ। ਨਿਮਰਤਾ ਵਾਲੇ, ਭਾਵਨਾ ਵਾਲੇ ਸੇਵਕ ਦੀ ਦਾਤ ਹੈ। ਸ਼੍ਰੀ ਮੁਖ ਕੀਓ ਬਖਾਨ। ਸਤਿਗੁਰੂ ਮਹਾਰਾਜ ਨੇ ਪਵਿੱਤਰ ਮੁਖਾਰਬਿੰਦ ਤੋਂ ਬਚਨ ਹੋਏ। ਗੁਰੂ ਗ੍ਰੰਥ ਸੇਵਾ ਨਿਪੁੰਨ। ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਵੀ ਨਿਪੁੰਨ ਪੂਰਨ ਪੁਰਖ ਦੇ ਵਾਸਤੇ ਹੈ ਤੇ ਸੇਵਾ ਵੀ ਬਹੁਤ ਜ਼ਿਆਦਾ ਵੱਡੀ ਹੈ। ਜੋ ਸੇਵਾ ਸੁਖਕਾਰ। ਇਹ ਸੇਵਾ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਸੁੱਖ ਕਰ ਦੇਣ ਵਾਲੀ ਹੈ। ਜਿਨ੍ਹਾਂ ਨੇ ਚਾਰ ਸਤਿਗੁਰਾਂ ਦੀ ਸੇਵਾ ਕਰਕੇ ਸੁੱਖਾਂ ਦਾ ਖਜ਼ਾਨਾ ਪਾਇਆ, ਉਹ ਇਹ ਸੇਵਾ ਨਿਭਾ ਸਕਦਾ ਹੈ। ਸੋ ਅਸਥਾਪਨ ਕੀਜੀਐ। ਉਹਨਾਂ ਨੂੰ ਅਸਥਾਪਨ ਕਰੀਏ। ਸੇਵਕ ਸ਼੍ਰੀ ਦਰਬਾਰ। ਦਰਬਾਰ ਸਾਹਿਬ ਦਾ ਜੋ ਸੇਵਕ ਬਣਾਉਣਾ ਹੈ। ਚੌਪਈ ਕਰਤ ਵਿਚਾਰ ਇਹੋ ਠਹਿਰਾਈ। ਵਿਚਾਰ ਕਰਦਿਆਂ ਸਤਿਗੁਰੂ ਮਹਾਰਾਜ ਨੇ ਮਨ 'ਚ ਠਾਣ ਲਈ, ਟਿਕਾ ਲਈ ਗੱਲ। ਬੁੱਢਾ ਜੀ ਸੇਵਾ ਨਿਪੁਨਾਈ। ਵੀ ਬਾਬਾ ਬੁੱਢਾ ਜੀ ਹਨ ਜਿਹੜੇ ਨਿਪੁੰਨ ਨੇ, ਪੂਰਨ ਗੁਰਸਿੱਖ ਨੇ, ਸਿੱਖੀ ਦੀ ਅਵਧੀ ਨੇ, ਬ੍ਰਹਮ ਗਿਆਨ ਦੇ ਵਿੱਚ ਵੀ ਪੂਰੇ ਨੇ, ਕਿਸੇ ਵੀ ਪੱਖੋਂ ਜਿਹੜੇ ਘੱਟ ਨਹੀਂ ਹਨ। ਉਹਨਾਂ ਨੂੰ ਇਹ ਸੇਵਾ ਮਿਲਣੀ ਚਾਹੀਦੀ ਹੈ। ਗੁਰੂ ਨਾਨਕ ਇਨ ਦਰਸ਼ਨ ਕਰੇ। ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਦੀਦਾਰ ਕੀਤੇ। ਸੇਵਾ ਮੈਂ ਅਤ ਹਿਤ ਹਿ ਧਰੈ। ਬਾਹਲੀ ਜ਼ਿਆਦੀ ਸੇਵਾ ਵਿੱਚ ਹਿੱਤ ਰੱਖਦੇ ਸੀ, ਪ੍ਰੇਮ ਰੱਖਦੇ ਸੀ। ਅਸ ਵਿਚਾਰ ਸ੍ਰੀ ਗੁਰੂ ਬਿਰਾਜੇ। ਇਉਂ ਵਿਚਾਰ ਕੇ ਸਤਿਗੁਰੂ ਮਹਾਰਾਜ ਬਿਰਾਜਮਾਨ ਹੁੰਦੇ ਨੇ। ਕਿਰਪਾ ਸਿੰਧ ਦੀਨਨ ਸੁਖ ਸਾਜੇ। ਕਿਰਪਾ ਦੇ ਸਮੁੰਦਰ ਗਰੀਬਾਂ ਨੂੰ ਸੁੱਖਾਂ ਦੇ ਨਾਲ ਸਾਜਣ ਵਾਲੇ। ਤੀਨ ਜਾਮ ਨਿਸ ਜਬੈ ਬਿਹਾਨੀ। ਤਿੰਨ ਪਹਿਰ ਜਦੋਂ ਰਾਤ ਬਤੀਤ ਹੋਈ। ਜਾਗੇ ਦਇਆ ਸਿੰਧ ਸੁਰਗਿਆਨੀ। ਸਵਾ ਪਹਿਰ ਰਾਤ ਰਹਿੰਦਿਆਂ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਮਹਾਨ ਬਖਸ਼ਿਸ਼ਾਂ ਦੇ ਦਾਤੇ ਜਾਗੇ ਉੱਠੇ। ਕਵੀ ਜੀਆਂ ਨੇ ਕਈ ਵਾਰੀ ਬੜੀ ਸੋਹਣੀ ਗੱਲ ਲਿਖੀ, ਸੁਰਗਿਆਨੀ। ਸੁਰਨਾਮ ਦੇਵਤਿਆਂ ਦਾ ਹੁੰਦਾ। ਦੇਵਤਿਆਂ ਵਰਗੇ ਗੁਰਸਿੱਖ, ਗੁਰੂ ਪਾਤਸ਼ਾਹ ਦੀ ਸੇਵਾ ਕਰਨ ਵਾਲੇ ਗਿਆਨੀ ਗੁਰਸਿੱਖ
ਗੁਰੂ ਦੇ ਪਿਆਰ ਵਿੱਚ ਸਤਿਗੁਰਾਂ ਦੀ ਹਜ਼ੂਰੀ ਅੰਮ੍ਰਿਤ ਵੇਲੇ ਉੱਠੇ। ਭਾਈ ਗੁਰਦਾਸ ਸਭੈ ਸਿੱਖ ਜਾਗੇ। ਭਾਈ ਗੁਰਦਾਸ ਜੀਆਂ ਸਮੇਤ ਸਾਰੇ ਸਿੱਖ ਜਾਗ ਉੱਠੇ ਹਨ। ਸਾਹਿਬ ਬੁੱਢਾ ਗੁਰ ਰਸ ਪਾਗੇ। ਸਾਹਿਬ ਬਾਬਾ ਬੁੱਢਾ ਜੀ ਵੀ ਧੰਨ ਸਤਿਗੁਰੂ ਗੁਰੂ ਪਾਤਸ਼ਾਹ ਜੀ ਵੀ ਆਪਣੇ ਆਨੰਦ ਵਿੱਚ ਹਨ। ਪ੍ਰਥਮ ਸੋਚ ਸਭ ਹੀ ਗੁਰ ਕੀਨੋ। ਸਭ ਤੋਂ ਪਹਿਲਾਂ ਸਤਿਗੁਰਾਂ ਸਮੇਤ ਸੋਚ ਕੀਤਾ, ਭਾਵ ਕੇ ਦਾਤਣ ਕੁਰਲਾ ਕਰਨਾ, ਬਾਹਰ ਅੰਦਰ ਖੇਡੇ ਮਹੱਲੇ ਜਾਣਾ, ਇਉਂ ਘੁੰਮਣਾ ਫਿਰਨਾ ਕੁਝ ਸਮਾਂ। ਰਾਮ ਸਰੈ ਮੱਜਨ ਪੁਨ ਕੀਨੋ। ਫਿਰ ਰਾਮਸਰ ਸਰੋਵਰ ਦੇ ਵਿੱਚ ਸਭ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਨੇ ਇਸ਼ਨਾਨ ਕੀਤਾ। ਬਾਬਾ ਬੁੱਢਾ ਜੀਆਂ ਨੇ, ਭਾਈ ਗੁਰਦਾਸ ਜੀਆਂ ਨੇ, ਇਉਂ ਫਿਰ ਸਾਰੀਆਂ ਸੰਗਤਾਂ ਇਸ਼ਨਾਨ ਕਰਦੀਆਂ ਨੇ। ਮੱਜਨ ਕੀਓ ਸਭਨ ਤਹਿਵਾਰਾ। ਵਾਰ-ਵਾਰ ਸਾਰਿਆਂ ਨੇ ਇਸ਼ਨਾਨ ਕਰ ਲਿਆ। ਰਾਮ ਸਰੈ ਮਦ ਲਹਿ ਫਲ ਚਾਰਾ। ਰਾਮਸਰ ਸਰੋਵਰ ਦੇ ਵਿੱਚੋਂ ਇਸ਼ਨਾਨ ਕਰਨ ਵਾਲੇ ਨੇ ਚਾਰੇ ਫਲਾਂ ਦੀ ਪ੍ਰਾਪਤੀ ਕੀਤੀ। ਤਰੇ ਬੇਰ ਸ੍ਰੀ ਗੁਰੂ ਲਾਏ ਧਿਆਨਾ। ਜੋ ਬੇਰੀ ਸਾਹਿਬ ਅੱਜ ਵੀ ਹੈ, ਮਹਾਰਾਜ ਇਸ ਦੇ ਨੀਚੇ ਬੈਠ ਕੇ ਧਿਆਨ ਲਾ ਕੇ ਬੈਠ ਜਾਂਦੇ ਨੇ ਆਸਣ ਤੇ। ਕੁਛ ਬਕਾਲ ਬੈਠੇ ਸੁਖ ਖਾਨਾ। ਧੰਨ ਗੁਰੂ ਨਾਨਕ ਮਹਾਰਾਜ ਜੀਆਂ ਤੋਂ ਲੈ ਕੇ ਕਲਗੀਧਰ ਪਿਤਾ ਜੀਆਂ ਤੱਕ ਇਹ ਅੰਮ੍ਰਿਤ ਵੇਲੇ ਦੀ ਮਰਜ਼ਾਦਾ ਸੀ। ਗੁਰਸਿੱਖਾਂ ਨੂੰ ਵੀ ਇਹੀ ਹੁਕਮ ਹੈ ਕਿ ਅੰਮ੍ਰਿਤ ਵੇਲੇ ਸਤਿਗੁਰ ਕਾ ਜੋ ਸਿੱਖ ਅਖਾਏ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ। ਪਹਿਲਾਂ ਨਾਮ ਦੇ ਵਿੱਚ ਧਿਆਨ ਲਿਆ ਕੇ ਜੁੜਨਾ, ਇਹ ਮਹਾਰਾਜ ਆਪ ਵੀ ਕਰਦੇ ਤੇ ਸਾਨੂੰ ਵੀ ਸਿੱਖਿਆ ਦਿੱਤੀ। ਦੋਹਰਾ ਜੁਗਲ ਕਰੀ ਨਿਸ ਜਬ ਰਹੀ। ਜੋ ਘੜੀਆਂ ਜਦੋਂ ਰਹਿ ਜੀਆਂ, 5.5 ਘੜੀਆਂ ਮਹਾਰਾਜ ਬੈਠਿਆ ਕਰਦੇ ਸੀ। ਕਿਉਂ ਬੈਠਦੇ ਸੀ? ਸਾਨੂੰ ਉਪਦੇਸ਼ ਦੇਣ ਵਾਸਤੇ, ਸਾਨੂੰ ਜੋੜਨ ਵਾਸਤੇ, ਗੁਰਸਿੱਖ ਕਮਾਈ ਕਰਨ। ਆਪ ਤਾਂ ਬ੍ਰਹਮ ਸਰੂਪ ਸੀ। ਇਉਂ ਮਹਾਰਾਜ 2 ਘੜੀਆਂ ਰਹਿੰਦੇ ਫਿਰ ਉੱਠੇ ਹਨ। ਉੱਠੇ ਗੁਰੂ ਸੁਖ ਪਾਏ। ਬੜੇ ਆਨੰਦ ਦੇ ਵਿੱਚ ਉੱਠੇ ਹਨ, ਸੁੱਖਾਂ ਦੇ ਪ੍ਰਾਪਤ ਦੇਣ ਵਾਲੇ ਦਾਤੇ। ਸ਼੍ਰੀ ਮੁਖ ਤਬ ਆਗਿਆ ਕਰੀ। ਸਤਿਗੁਰੂ ਮਹਾਰਾਜ ਨੇ ਆਗਿਆ ਕੀਤੀ, ਹੁਕਮ ਕੀਤਾ ਹੈ। ਗੁਰਸਿੱਖ ਸੰਗਤਾਂ ਨੇ ਬੜਾ ਸੁਖ ਪਾਇਆ ਜਦੋਂ ਬਚਨ ਹੋਣ ਲੱਗੇ। ਚਲੋ ਸਬੈ ਹਰ ਧਿਆਏ। ਮਹਾਰਾਜ ਕਹਿਣ ਲੱਗੇ ਚਲੋ ਸਾਰੇ ਨਾਮ ਤੇ ਆਉਂਦੇ ਚੱਲੋ। ਬੁੱਢੇ ਕੋ ਸ਼੍ਰੀ ਗੁਰੂ ਕਹਾ। ਬਾਬਾ ਬੁੱਢਾ ਜੀਆਂ ਨੂੰ ਸਤਿਗੁਰੂ ਮਹਾਰਾਜ ਨੇ ਹੁਕਮ ਕੀਤਾ ਹੈ। ਸੀਸ ਆਪਣੇ ਧਾਰ। ਮੰਜੀ ਸਾਹਿਬ ਤੇ ਪਾਤਸ਼ਾਹ ਜੀ ਦੇ ਪਾਵਨ ਸਰੂਪ ਸਨ। ਕਮਰ ਕਸਾ ਕੀਤਾ ਗਿਆ, ਸੁੰਦਰ ਪੁਸ਼ਾਕੇ ਪਹਿਨਾਏ ਗਏ ਕਿ ਤੁਸੀਂ ਸੀਸ ਤੇ ਲਾਓ। ਗੁਰੂ ਗ੍ਰੰਥ ਜੀ ਪ੍ਰੇਮ ਸੋ। ਪ੍ਰੇਮ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀਆਂ ਨੂੰ ਮਨ ਮੈਂ ਸਤ ਵਿਚਾਰ। ਮਨ ਦੇ ਵਿੱਚ ਸੱਚੇ ਪ੍ਰਮਾਤਮਾ ਦੀ ਵਿਚਾਰ ਧਾਰਨ ਕਰਕੇ। ਚੌਪਈ ਸਤ ਬਚਨ ਮੁਖ ਤੇ ਉਚਰਾਏ। ਬਾਬਾ ਬੁੱਢਾ ਜੀ ਸਤ ਬਚਨ ਕਹਿੰਦੇ ਹਨ। ਗੁਰੂ ਗ੍ਰੰਥ ਸਿਰ ਲਿਓ ਉਠਾਏ। ਬਾਬਾ ਬੁੱਢਾ ਜੀਆਂ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਮੰਜੀ ਸਾਹਿਬ ਸੀਸ ਤੇ ਲੈ ਲਏ। ਸ੍ਰੀ ਗੁਰੂ ਚੌਰ ਆਪ ਕਰ ਧਾਰਿਓ। ਸਤਿਗੁਰੂ ਸੱਚੇ ਪਾਤਸ਼ਾਹ ਆਪ ਚੌਰ ਸਾਹਿਬ ਚੁਲਾ ਰਹੇ ਹਨ। ਬਜੇ ਸੰਖ ਤੁਨ ਅੰਤ ਨ ਪਾਰਿਓ। ਸ਼ੰਖ ਵੱਜਦੇ ਨੇ, ਧੁਨੀ ਹੋ ਰਹੀ ਹੈ, ਪਾਰਾਵਾਰ ਨਹੀਂ ਕੋਈ ਹੈ। ਸਾਹਿਬ ਬੁੱਢੇ ਆਗੇ ਕੀਨਾ। ਬਾਬਾ ਬੁੱਢਾ ਜੀ ਅੱਗੇ ਹਨ। ਤੈ ਪਾਛੇ ਸਤਿਗੁਰ ਸੁਖ ਲੀਨਾ। ਸਤਿਗੁਰੂ ਸੱਚੇ ਪਾਤਸ਼ਾਹ ਪਿੱਛੋਂ ਚੌਰ ਚਲਾਉਂਦੇ ਜਾ ਰਹੇ ਹਨ। ਗਾਵਤ ਰਾਗੀ ਸ਼ਬਦ ਅਪਾਰਾ। ਸਾਰੀਆਂ ਸੰਗਤਾਂ ਰਾਗੀ ਸਿੰਘ ਜੋਟੀਆਂ ਦੇ ਨਾਲ ਸ਼ਬਦ ਗਾਉਂਦੇ ਜਾ ਰਹੇ ਹਨ। ਅੱਗੇ ਵੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਪਹਿਲਾਂ ਹੀ ਰਾਗੀਆਂ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਕੀਤਾ ਹੋਇਆ ਸੀ। ਬੁੱਢੇ ਆਗੇ ਪਾਟ ਪਧਾਰਾ। ਬਾਬਾ ਬੁੱਢਾ ਜੀਆਂ ਦੇ ਅੱਗੇ ਅੱਗੇ ਭਾਟ ਉੱਚੀ ਦੇ ਕੇ ਆਵਾਜ਼ ਦੇਣ ਵਾਲੇ ਕਿ ਸਤਿਗੁਰੂ ਜੀ ਆ ਰਹੇ ਨੇ, ਖੜੇ ਹੋ ਜੋ, ਸਾਵਧਾਨ ਹੋ ਜੋ। ਇਉਂ ਕੀਰਤਨ ਕਰਨ ਵਾਲੇ ਭਾਟ ਗਾਉਣ ਵਾਲੇ ਗਵਈਏ ਉਹ ਵੀ ਅੱਗੇ ਅੱਗੇ ਗਾਉਂਦੇ ਵੀ ਜਾ ਰਹੇ ਨੇ। ਔਰ ਸਿੱਖ ਸਭ ਪਾਛੇ ਲਾਗੇ। ਬਾਕੀ ਸਾਰੀਆਂ ਸੰਗਤਾਂ ਪਿੱਛੇ ਲੱਗੀਆਂ ਆ ਰਹੀਆਂ ਨੇ। ਗੁਰੂ ਗ੍ਰੰਥ ਕੇ ਪਗ ਰਜ ਪਾਗੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਕਮਲਾਂ ਦੀ ਰਜ ਧੂੜੀ ਦੇ ਵਿੱਚ ਭਿੱਜੇ ਹੋਏ ਨੇ ਸਾਰੇ ਹੀ। ਹਰ ਗੋਬਿੰਦ ਜੀ ਸੋਹਤ ਸੰਗਾ। ਹਰਗੋਬਿੰਦ ਸਾਹਿਬ ਮਹਾਰਾਜ ਜੀ ਵੀ ਨਾਲ ਨਾਲ ਚਲੇ ਜਾ ਰਹੇ ਨੇ। ਬਾਹਲੀ ਜ਼ਿਆਦੇ ਸੋਭਾ ਪਾਉਂਦੇ ਨੇ ਸਤਿਗੁਰੂ ਮਹਾਰਾਜ। ਉਸ ਸਮੇਂ 9.5 ਸਾਲ ਦੇ ਸੀ। ਲਖੇ ਰੂਪ ਲਜਕੋਟ ਅਨੰਗਾ। ਇਉਂ ਮਾਨੋ ਬਾਹਲਾ ਹੀ ਸੁੰਦਰ ਸਰੂਪ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ। ਕਰੋੜਾਂ ਕਾਮ ਵੀ ਦੇ ਕੇ ਲੱਜਾਵਾਨ ਹੋ ਰਹੇ ਨੇ। ਧੁਨ ਸੰਖਣ ਕੀ ਹੋਤ ਅਪਾਰਾ। ਸੰਖਾਂ ਦੀ ਧੁਨ ਹੋ ਰਹੀ ਹੈ, ਰਣ ਸਿੰਘੀ ਵੱਜਦੇ ਹਨ। ਇਹ ਬਿਦ ਪਹੁੰਚੇ ਸ੍ਰੀ ਦਰਬਾਰਾ। ਇਉਂ ਸਤਿਗੁਰੂ ਮਹਾਰਾਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਲੈ ਕੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜੀ ਪਹੁੰਚੇ। ਗੁਰੂ ਗ੍ਰੰਥ ਸਥਾਪਨ ਕੀਨੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਥਾਪਨ ਕੀਤੇ ਹਨ। ਪੂਰਬ ਦਿਸ ਹਰਿਮੰਦਰ ਚੀਨੋ। ਹਰਿਮੰਦਰ ਸਾਹਿਬ ਜੀ ਦੀ ਪੂਰਬ ਦਿਸ਼ਾ ਹੈ ਹਰਿਮੰਦਰ ਸਾਹਿਬ ਜੀ ਦੇ ਵਿੱਚ, ਜਿੱਥੇ ਸਤਿਗੁਰੂ ਮਹਾਰਾਜ ਜੀ ਸੋਭਾ ਪਾਉਂਦੇ ਨੇ। ਦੋਹਰਾ ਏਕ
ਕਰੀ ਨਿਸ ਜਬ ਰਹੀ। ਇੱਕ ਘੜੀ ਰਹਿ ਗਈ ਹੈ ਸੂਰਜ ਚੜ੍ਹਨ ਤੋਂ ਬਿਨਾਂ। ਸ੍ਰੀ ਗੁਰੂ ਆਗਿਆ ਪਾਏ। ਸਤਿਗੁਰੂ ਮਹਾਰਾਜ ਦੀ ਆਗਿਆ ਪਾਈ, ਕਿਉਂਕਿ ਅੰਮ੍ਰਿਤ ਵੇਲੇ ਤੋਂ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ। ਅੱਜ ਵੀ ਉਹੀ ਮਰਜ਼ਾਦਾ ਹੈ। ਆਸਾ ਜੀ ਦੀ ਵਾਰ ਦਾ ਭੋਗ ਪੈ ਜਾਂਦਾ ਹੈ। ਭੋਗ ਪੈਣ ਤੋਂ ਬਾਅਦ ਫਿਰ ਸਤਿਗੁਰੂ ਮਹਾਰਾਜ ਆਗਿਆ ਕਰਦੇ ਹਨ। ਸਾਹਿਬ ਬੁੱਢੇ ਅਦਬ ਸੋਂ। ਬਾਬਾ ਬੁੱਢਾ ਜੀਆਂ ਨੇ ਬਹੁਤ ਜ਼ਿਆਦਾ ਅਦਬ ਦੇ ਨਾਲ ਸਤਿਕਾਰ ਦੇ ਨਾਲ ਖੋਲਿਓ ਗ੍ਰੰਥ ਬਣਾਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਹੈ। ਆਪ ਚੌਰ ਸ੍ਰੀ ਗੁਰੂ ਕਰੈ। ਸਤਿਗੁਰੂ ਮਹਾਰਾਜ ਆਪ ਚੌਰ ਸਾਹਿਬ ਚੁਲਾ ਰਹੇ ਸੀ। ਉਸ ਸਮੇਂ ਜਦੋਂ ਬਾਬਾ ਬੁੱਢਾ ਜੀ ਪ੍ਰਕਾਸ਼ ਕਰ ਰਹੇ ਸੀ, ਨਾਲ ਗੁਰਸਿੱਖ ਲੱਗੇ ਹੋਏ ਸਨ। ਕਿਉਂਕਿ ਭਾਈ ਗੁਰਦਾਸ ਜੀ, ਭਾਈ ਸੰਤੋਖ ਸਿੰਘ ਜੀ ਵੀ ਲਿਖਦੇ ਹਨ, ਸਾਹਿਬ ਬੁੱਢਾ ਕੁੱਲ ਖੋਲੋ ਗ੍ਰੰਥ ਲਵੋ ਆਵਾਜ਼ ਸੁਣੇ ਸਭ ਪੰਥ। ਇਉਂ ਮਹਾਰਾਜ ਦੇ ਹੁਕਮ ਹੋਏ ਬਾਬਾ ਜੀਆਂ ਨੇ ਸੇਵਾ ਕੀਤੀ। ਬੁੱਢੇ ਲਈ ਆਵਾਜ਼। ਬਾਬਾ ਬੁੱਢਾ ਜੀ ਹੁਣ ਸਤਿਗੁਰੂ ਮਹਾਰਾਜ ਦਾ ਪ੍ਰਕਾਸ਼ ਕੀਤਾ ਹੈ। ਪਹਿਲਾ ਪ੍ਰਕਾਸ਼ ਜਿਹੜਾ ਆਪਾਂ ਖਾਲਸਾ ਮਨਾਉਂਦਾ ਹੈ, ਤਾਂ ਬਾਬਾ ਜੀ ਹੁਣ ਮੁੱਖ ਵਾਕ ਆਵਾਜ਼, ਪੁਰਾਤਨ ਸਮੇਂ 'ਚ ਸ਼ਬਦ ਲੈਣਾ, ਆਵਾਜ਼ਾਂ ਲੈਣਾ ਬੋਲਿਆ ਜਾਂਦਾ ਸੀ। ਅੱਜ ਅਸੀਂ ਹੁਕਮਨਾਮਾ ਵੀ ਕਹਿੰਦੇ ਹਾਂ, ਸ੍ਰੀ ਮੁਖ ਵਾਕ ਵੀ ਆਖਦੇ ਹਾਂ। ਸੋ ਇਸ ਤਰ੍ਹਾਂ ਸਮੇਂ ਨਾਲ ਸ਼ਬਦ ਬਦਲ ਜਾਂਦੇ ਨੇ। ਜਿਸ ਤਰ੍ਹਾਂ ਪੁਰਾਤਨ ਸਮੇਂ 'ਚ ਬੀੜ ਸਾਹਿਬ ਆਖਦੇ ਸੀ, ਪੋਥੀ ਸਾਹਿਬ ਆਖਦੇ ਸੀ, ਫਿਰ ਗੁਰਤਾਬੱਦੀ ਮਿਲੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਅੱਜ ਜੁਗੋ ਜੁਗ ਟਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਇਉਂ ਸਤਿਕਾਰ ਦੇ ਸ਼ਬਦ ਸਮੇਂ ਅਨੁਸਾਰ ਵੱਧਦੇ ਰਹਿੰਦੇ ਨੇ। ਇਉਂ ਬਾਬਾ ਬੁੱਢਾ ਜੀ ਨੇ ਆਵਾਜ਼ ਲਈ ਭਾਵ ਮੁੱਖ ਵਾਕ ਸਤਿਗੁਰੂ ਮਹਾਰਾਜ ਜੀ ਦਾ ਸ਼ਬਦ ਲਿਆ। ਏਕ ਚਿੱਤ ਸੰਗਤ ਸੁਣੈ। ਸਾਰੀਆਂ ਸੰਗਤਾਂ ਇੱਕ ਚਿੱਤ ਹੋ ਕਰਕੇ ਬਾਹਲੇ ਪ੍ਰੇਮ ਦੇ ਵਿੱਚ ਬੈਠੀਆਂ ਸੁਣਦੀਆਂ ਨੇ। ਅੱਜ ਵੀ ਜਦੋਂ ਮੁੱਖ ਵਾਕ ਹੁੰਦਾ, ਕਿੰਨੇ ਪਿਆਰ ਦੇ ਨਾਲ ਭਿੱਜੀਆਂ ਸੰਗਤਾਂ ਬੈਠੀਆਂ ਹੁੰਦੀਆਂ ਨੇ। ਸਭ ਮਨ ਸ਼ਾਂਤ ਬਿਰਾਜ। ਸਾਰਿਆਂ ਦੇ ਮਨਾਂ ਵਿੱਚ ਸ਼ਾਂਤੀ ਵਿਰਾਜਮਾਨ ਹੁੰਦੀ ਹੈ। ਜੋ ਭਾਈ ਇਹ ਆਵਾਜ਼ ਗ੍ਰੰਥ ਗੁਰ ਆਈ। ਤਨ ਬਾਬਾ ਬੁੱਢਾ ਜੀਆਂ ਨੇ ਜਦੋਂ ਮੁੱਖ ਵਾਕ ਲਈ, ਉਸ ਸਮੇਂ ਆਵਾਜ਼ ਆਈ, ਇਹ ਸ਼ਬਦ ਮਿਲਿਆ ਹੈ, ਮੁੱਖ ਵਾਕ ਆਇਆ। ਸੁਣ ਗੁਰਸਿੱਖ ਮਨ ਆਨੰਦ ਪਾਈ। ਸਾਰੇ ਗੁਰਸਿੱਖਾਂ ਨੇ ਸੁਣ ਕੇ ਮਨ ਕਰਕੇ ਬੜਾ ਹੀ ਆਨੰਦ ਪਾਇਆ। ਸੰਤਾਂ ਕੇ ਕਾਰਜ ਆਪ ਖਲੋਆ। ਕੀ ਮੁੱਖ ਵਾਕ ਆਇਆ? ਸੂਹੀ ਮਹੱਲਾ ਪੰਜਵਾ। ਸੰਤਾਂ ਕੀ ਕਾਰਜ ਆਪ ਖਲੋਇਆ ਹਰ, ਕੰਮ ਕਰਾਵਣ ਆਇਆ ਰਾਮ। ਇਹ ਮੁੱਖ ਵਾਕ ਆਏ ਸੀ। ਕਾਰ ਕੱਢਣੇ ਹਿਤ ਕਾਮਾ ਹੋਵਾ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸੰਤਾਂ ਦੇ ਕੰਮ ਕਰਨ ਵਾਸਤੇ ਆਇਆ ਤੇ ਕਾਰ ਕੱਢਣ ਵਾਸਤੇ ਕਾਮਾ ਬਣ ਗਿਆ, ਮਜ਼ਦੂਰ ਬਣ ਗਿਆ। ਭਗਤ ਸਿੰਘ ਸੁਨ ਸੰਸਾ ਪਾਇਓ। ਭਗਤ ਸਿੰਘ ਜੀ ਨੇ ਇੱਕ ਵਚਨ ਸੁਣ ਕੇ ਭਾਈ ਮਨੀ ਸਿੰਘ ਜੀ ਤੇ ਸੰਸਾ ਕੀਤਾ, ਸ਼ੰਕਾ ਕੀਤੀ। हे ਪ੍ਰਭ ਕਹਿ ਪਰਥਾਏ ਸੁਨਾਇਓ। ਆਖਿਆ ਵੀ ਇਹ ਕਿਸ ਪਰਥਾਏ ਉਚਾਰਨ ਕੀਤਾ ਹੋਇਆ ਹੈ, ਵੀ ਕਿਹਨਾਂ ਦੀ ਪਰਥਾਏ ਪਰਮੇਸ਼ਰ ਮਜ਼ਦੂਰੀ ਕਰਨ ਆਇਆ, ਕਿਉਂ ਕਰਨ ਆਇਆ। ਜਾ ਕਾ ਅਰਥ ਕਹੋ ਸੁਖ ਪਾਏ। ਇਸ ਅੰਮ੍ਰਿਤਮਈ ਬਚਨਾਂ ਦਾ ਅਰਥ ਵੀ ਕਹੋ, ਜਿਸ ਨੂੰ ਸੁਣ ਕੇ ਸਾਡੇ ਜੀਵਨ ਦੇ ਵਿੱਚ ਸੁੱਖਾਂ ਦੀ ਪ੍ਰਾਪਤੀ ਹੋਵੇ ਜੀ। ਕਾਰ ਕੱਢਣੇ ਹਿਤ ਕਿਮ ਪ੍ਰਭ ਆਏ। ਕਿਵੇਂ ਪਰਮੇਸ਼ਰ ਜੀ ਕਾਰ ਕੱਢਣ ਵਾਸਤੇ ਆਏ। ਮਨੀ ਸਿੰਘ ਮਨ ਆਨੰਦ ਪਾਇਓ। ਭਾਈ ਮਨੀ ਸਿੰਘ ਜੀ ਬੜੇ ਖੁਸ਼ ਹੋਏ ਭਗਤ ਸਿੰਘ ਤੋਂ ਸੁਣ ਕੇ, ਜਿਨ੍ਹਾਂ ਨੇ ਇਤਿਹਾਸ ਦੀ ਰਚਨਾ ਕੀਤੀ। ਧੰਨ ਧੰਨ ਬਚ ਮੁਖੋਂ ਅਲਾਇਓ। ਮੁਖੋਂ ਧੰਨ ਧੰਨ ਕਹਿਣਾ ਕੀਤਾ ਹੈ। ਪੁਰਾਤਨ ਪੁੱਛੀ ਬਾਤ ਸਿਧਾਰੀ। ਕੀ ਆਖਿਆ ਕਿ ਤੁਸਾਂ ਨੇ ਪੁਰਾਤਨ ਜੋ ਸਤਿਗੁਰੂ ਪਾਤਸ਼ਾਹ ਜੀ ਦੀ ਰਚਨਾ ਹੋਈ ਹਰਿਮੰਦਰ ਸਾਹਿਬ ਜੀ ਦੀ, ਉਸ ਸਮੇਂ ਦੀ ਇਹ ਸਾਖੀ ਤੁਸੀਂ ਸੁਣਨ ਦੀ ਇੱਛਾ ਕੀਤੀ। ਸੁਨੋ ਸਿੱਖ ਤੁਮ ਪਰ ਉਪਕਾਰੀ। ਇਹ ਪਰਉਪਕਾਰੀ ਗੁਰਸਿੱਖ ਸੁਣੋ, ਆਪ ਵੀ ਸੁਣਨ ਵਾਲੇ ਸਾਰੇ ਪਰਉਪਕਾਰੀ ਗੁਰਸਿੱਖੋਂ ਤੁਸੀਂ ਵੀ ਸੁਣੋ। ਕਹੋ ਸੰਕੋਚ ਸੁਨੋ ਮਨ ਲਾਈ। ਭਾਵ ਕਿ ਮਨ ਲਾ ਕੇ ਸੰਕੋਚ ਥੋੜੇ ਸ਼ਬਦਾਂ ਦੇ ਵਿੱਚ ਸੁਣਾਉਣੀ ਕਰਾਂਗਾ। ਇਉਂ ਭਾਈ ਮਨੀ ਸਿੰਘ ਜੀਆਂ ਤੇ ਮੁਖੋਂ ਇਤਿਹਾਸ ਦੇ ਰਚਨਕਾਰ ਕਵੀ ਨੇ ਇਹ ਗੱਲ ਕਹੀ ਹੈ। ਭਾਖੋਂ ਅਰਥ ਕਥਾ ਵੱਧ ਜਾਈ। ਜੇ ਮੈਂ ਸਾਰੀ ਸੁਣਾਵਾਂ ਸਿਰੇ ਤੋਂ ਮੁੱਢ ਤੋਂ ਤਾਂ ਕਾਫੀ ਵੱਧ ਜਾਣੀ ਹੈ। ਇੱਕ ਸਮੇਂ ਗੁਰੂ ਅਰਜਨ ਦੇਵਾ। ਇੱਕ ਸਮੇਂ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਚਮ ਪਾਤਸ਼ਾਹ ਜੀ। ਕਾਰ ਕਢਾਵਤ ਅਲਖ ਅਭੇਵਾ। ਅਲਖ ਅਭੇਵ, ਜਿਹਦਾ ਭੇਦ ਨਹੀਂ ਪਾਇਆ ਜਾ ਸਕਦਾ, ਅਲਖ ਨਾ ਲਿਖੀ ਜਾਣ ਵਾਲੇ ਹਨ। ਕਾਰ ਕਢਾ ਰਹੇ ਸੀ ਉਸ ਸਥਾਨ ਦੀ ਜੋ ਹਰਿਮੰਦਰ ਸਾਹਿਬ ਜੀ ਦੀ ਰਚਨਾ। ਅਜੇ ਨੀਂਵ ਰੱਖਣੀ ਸੀ, ਨਿਊਆਂ ਦੀ ਖੁਦਵਾਈ ਹੋ ਰਹੀ ਸੀ।
ਦੋਹਰਾ ਕਾਰ ਕਢਾਵਤ ਭਏ ਥੇ। ਸਤਿਗੁਰੂ ਮਹਾਰਾਜ ਕਾਰ ਕਢਾ ਰਹੇ ਸਨ, ਸੰਗਤਾਂ ਕਾਰ ਕੱਢਦੀਆਂ ਸੀ, ਨੀਵਾਂ ਡੂੰਘੀਆਂ ਪੱਟੀਆਂ ਜਾ ਰਹੀਆਂ ਸਨ। ਕਛਕ ਦਿਵਸ ਤਹਿਵਾਰ ਕਈ ਵਾਰ ਕਈ ਦਿਨ ਲੱਗ ਗਏ ਪੱਟਦਿਆਂ ਨੂੰ, ਸੇਵਾ ਕਾਰ ਕੱਢਦਿਆਂ ਨੂੰ, ਕਿਉਂਕਿ ਜੋ ਹਰਿਮੰਦਰ ਸਾਹਿਬ ਜੀ ਦੀ ਚੌਂਕੀ ਹੈ ਇਹ ਸਾਰੀ ਥੱਲੇ ਤੱਕ ਸਾਰੀ ਜਗ੍ਹਾ ਖਾਲੀ ਕੀਤੀ ਹੋਈ ਹੈ, ਨੀਚੋਂ ਤੱਕ ਜਿੱਥੋਂ ਫਿਰ ਨੀਂਹ ਆਰੰਭ ਕਰਦੇ ਨੇ ਸਤਿਗੁਰੂ ਮਹਾਰਾਜ, ਇਹ ਸਾਰੀ ਥੱਲੇ ਰੋੜਾਂ ਦਾ ਕੜਾ ਸੀ, ਰੋੜਾਂ ਦਾ ਟੁੱਟਦਾ ਨਹੀਂ ਸੀ। ਸਾਰਾ ਦਿਨ ਸੰਗਤਾਂ ਲੱਗੀਆਂ ਰਹਿੰਦੀਆਂ ਸਨ, ਬਹੁਤ ਥੋੜ੍ਹਾ ਜਿਹਾ ਹੀ ਪਟਿਆ ਜਾਂਦਾ ਸੀ। ਇਸ ਕਰਕੇ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਬੜਾ ਜ਼ੋਰ ਲੱਗਦਾ ਹੈ। ਮਹਾਰਾਜ ਕਹਿੰਦੇ ਭਾਈ ਕੱਲ੍ਹ ਨੂੰ ਦਰਸ਼ਨ ਕਰਾਂਗੇ। ਬਸ ਇਹ ਬਚਨ ਹੋਏ ਸੀ। ਮਹਾ ਵਿਸ਼ਨ ਭਗਵੰਤ ਜੋ ਮਹਾ ਵਿਸ਼ਨੂੰ ਭਾਵ ਕੇ, ਕਿਉਂਕਿ ਕਵੀ ਜੀਆਂ ਨੇ ਉਹਨਾਂ ਸਮੇਂ ਦੇ ਸ਼ਬਦ ਵਰਤੇ ਨੇ, ਮਹਾ ਮਹਿਲ ਸਾਰਿਆਂ ਵੱਡੇ ਭਗਵੰਤ ਪਰਮੇਸ਼ਰ, ਆ ਸ੍ਰਿਸ਼ਟੀ ਦੀ ਰਚਨਾ ਕਰਨ ਵਾਲੇ ਬ੍ਰਹਮ ਜੋ ਅਕਾਲ ਪੁਰਖ ਵਾਹਿਗੁਰੂ ਜੀ ਹਨ। ਮਨ ਮੈਂ ਕੀਨ ਵਿਚਾਰ ਉਹਨਾਂ ਨੇ ਵਿਚਾਰ ਕੀਤੀ ਆਪਣੇ ਮਨ ਦੇ ਵਿੱਚ, ਮਹਾ ਮਾਇਆ ਜੋ ਲక్ష్ਮੀ ਜਿਹੜੀ ਮਹਾ ਮਾਇਆ ਪਰਮਾਤਮਾ ਦੀ, ਕਿਉਂਕਿ ਮਾਇਆ ਤੋਂ ਇਸ ਸੰਸਾਰ ਦੀ ਰਚਨਾ ਕੀਤੀ ਹੈ। ਕਾਸੋ ਕਹਾਂ ਸੁਨਾਏ ਆਪਣੀ ਸ਼ਕਤੀ ਨੂੰ ਵੀ ਮਹਾਰਾਜ ਪਰਮੇਸ਼ਰ ਨੇ ਆਖਿਆ, ਹੁਕਮ ਕੀਤਾ ਹੈ। ਰਾਮਦਾਸ ਗੁਰੂ ਰੂਪ ਮਮ ਸਾਡੇ ਜਿਹੜੇ ਸਰੂਪ ਰਾਮਦਾਸ ਗੁਰੂ ਚੌਥੇ ਗੁਰੂ ਨਾਨਕ ਸਨ, ਜਾਂ ਮੈਂ ਭੇਦ ਨ ਪਾਏ ਜਿਨ੍ਹਾਂ ਵਿੱਚ ਭੇਦ ਨਹੀਂ ਮੇਰੇ ਵਿੱਚ ਤੇ ਉਹਨਾਂ ਵਿੱਚ। ਚੌਪਈ ਤੈ ਸੁਤ ਗੁਰ ਅਰਜਨ ਸੁਖਕਾਰੀ ਉਹਨਾਂ ਦੇ ਸੁਪੁੱਤਰ ਨੇ ਜੋ ਮੌਜੂਦਾ ਨੇ, ਧੰਨ ਗੁਰੂ ਅਰਜਨ ਦੇਵ ਮਹਾਰਾਜ, ਸੰਸਾਰ ਨੂੰ ਸੁਖ ਦੇਣ ਵਾਲੇ। ਮਹੋ ਸਰੂਪ ਸੋ ਪ੍ਰਗਟ ਨਿਹਾਰੀ ਮੇਰਾ ਸਰੂਪ ਪ੍ਰਗਟ ਹੈ ਇਸ ਸਮੇਂ ਮਾਤ ਲੋਕ ਦੇ ਵਿੱਚ। ਬਨਾਵਣ ਮਮ ਮੰਦਰ ਹੈ ਲਾਗਾ ਸਾਡੇ ਮੰਦਰ ਬਣਾ ਰਹੇ ਨੇ, ਸਾਡਾ ਪਾਵਨ ਸਥਾਨ ਤਿਆਰ ਕਰ ਰਹੇ ਨੇ। ਸੁਦਾ ਸਰੋਵਰ ਅਤ ਵਡ ਭਾਗਾ ਜੋ ਅੰਮ੍ਰਿਤ ਦਾ ਸਰੋਵਰ ਬਾਹਲਾ ਹੀ ਵਡਭਾਗਾ ਹੈ ਸੰਸਾਰ ਦੇ ਜੀਵਾਂ ਦੇ ਉਧਾਰ ਕਰਨ ਵਾਸਤੇ। ਚਲੋ ਤਾਹੇ ਹਮ ਜਾਏ ਨਿਹਾਰੈ ਆਪਾਂ ਚੱਲੀਏ, ਜਾ ਕੇ ਆਪਾਂ ਦੇਖ ਕੇ ਆਈਏ, ਉਹ ਮਾਨੋ ਭਗਵਾਨ ਨੇ ਆਖਿਆ ਹੈ। ਕੈਸੇ ਕਰ ਹੈ ਪਰ ਉਪਕਾਰੈ ਪਰਮੇਸ਼ਰ ਨੇ ਆਖਿਆ ਵੀ ਚਲੋ ਚੱਲੀਏ ਸਾਰੇ ਦੇਵੀ ਦੇਵਤਿਆਂ ਨੂੰ, ਕਿ ਕਿੱਡਾ ਵੱਡਾ ਪਰਉਪਕਾਰ ਕਰ ਰਹੇ ਨੇ। ਲక్ష్ਮੀ ਜੁਤ ਆਏ ਭਗਵੰਤਾ ਲక్ష్ਮੀ ਸਮੇਤ ਸਾਰੇ ਦੇਵੀ ਦੇਵਤਿਆਂ ਸਮੇਤ ਆਏ ਪਰਮੇਸ਼ਰ ਜੀ। ਗਾਵਤ ਜਸ ਜੈ ਬੇਦ ਅਨੰਤਾ ਜਿਨ੍ਹਾਂ ਦਾ ਬੇਦ ਅਨੰਤ ਅਨੰਤ ਕਰਕੇ ਜਸ ਗਾਉਂਦੇ ਨੇ ਨਿਰੰਕਾਰ ਦਾ। ਪ੍ਰਭੂ ਕਹਾਂ ਲక్ష్ਮੀ ਸੁਨ ਬੈਨਾ ਇਸ ਤਰ੍ਹਾਂ ਪਰਮੇਸ਼ਰ ਜੀ ਨੇ ਆਖਿਆ ਹੈ ਲక్ష్ਮੀ ਨੂੰ, ਸਾਰੇ ਦੇਵਤਿਆਂ ਨੂੰ। ਇਹ ਸਰੂਪ ਦਰਸ਼ਨ ਨਹਿ ਲੈਣਾ ਆ ਜਿਹੜਾ ਹੁਣ ਆਪਣਾ ਸਰੂਪ ਹੈ, ਇਹ ਸਰੂਪ ਨਾਲ ਆਪਾਂ ਉੱਥੇ ਨਹੀਂ ਜਾਣਾ ਹੈ। ਭਗਵੰਤ ਮਜ਼ਦੂਰ ਵੇਸ ਕਰ ਲਿਓ ਸਾਰੇ ਆਪਣਾ ਵੇਸ ਬਦਲੋ, ਮਜ਼ਦੂਰ ਬਣ ਜਾਓ। ਲక్ష్ਮੀ ਭੀ ਐਰੋ ਬਪਖਿਓ ਇਸ ਤਰ੍ਹਾਂ ਲక్ష్ਮੀ ਨੇ ਵੀ ਆਪਣਾ ਉਸੇ ਤਰ੍ਹਾਂ ਦਾ ਸੇਵਾਦਾਰਨੀ ਦਾ ਰੂਪ ਧਾਰਨ ਕੀਤਾ ਹੈ ਸ਼ਕਤੀ ਨੇ। ਇਹ ਕਠੋਰ ਲక్ష్ਮੀ ਬੈਠਾਈ ਇਉਂ ਲక్ష్ਮੀ ਵੀ ਆ ਕੇ ਪਹੁੰਚ ਜਾਂਦੀ ਹੈ ਸੇਵਾ ਕਰਨ ਵਾਸਤੇ। ਕੌਤਕ ਕੀਓ ਆਪ ਜਗ ਸਾਈ ਜਗਤ ਦੇ ਮਾਲਕ ਆਪ ਨਿਰੰਕਾਰ ਕੌਤਕ ਕਰਦੇ ਹਨ। ਕੰਦੇ ਕਹੀ ਟੋਕਰੀ ਸਿਰ ਧਾਰੇ ਇੱਕ ਕਹੀ ਲਈ ਹੋਈ ਹੈ, ਟੋਕਰੀ ਸਿਰ ਤੇ ਰੱਖੀ ਹੋਈ ਹੈ। ਇਹ ਵਿਦ ਬਨਿਓ ਮਜ਼ਦੂਰ ਮੁਰਾਰੇ ਮਜ਼ਦੂਰ ਬਣ ਗਿਆ ਮੁਰਾਰੀ ਪਰਮੇਸ਼ਰ ਜੀ। ਦੋਹਰਾ ਮਜ਼ਦੂਰਨ ਤੇ ਤਬ ਸੋ ਗੁਨੀ ਇਉਂ ਜਦੋਂ ਮਜ਼ਦੂਰ ਸਾਰੀਆਂ ਸੰਗਤਾਂ ਕਾਰ ਕੱਢਦੀਆਂ ਨੇ, ਆਪ ਵੀ ਪਰਮੇਸ਼ਰ ਕਾਰ ਕੱਢ ਰਿਹਾ ਹੈ, ਦੇਵੀ ਦੇਵਤੇ ਵੀ ਕਾਰ ਕਰਨ ਲੱਗੇ ਹੋਏ ਨੇ, ਸਾਰੇ ਦੇ ਸਾਰੇ। ਕੱਢੈ ਕਾਰ ਭਗਵੰਤ ਪਰਮੇਸ਼ਰ ਆਪ ਕਾਰ ਕੱਢ ਰਿਹਾ ਹੈ। ਟੋਕਰੀ ਜਾਵਤ ਨਹਿ ਲਖੈ ਇਉਂ ਟੋਕਰੀ ਸਿਰ ਤੇ ਲੈ ਕੇ ਜਾਂਦੇ ਨੇ, ਪਰ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ। ਕੈਸੇ ਛਪੈ ਅਨੰਤ ਅਨੰਤ ਪਰਮੇਸ਼ਰ ਹੈ, ਕੌਣ ਪਛਾਣ ਸਕਦਾ ਹੈ। ਪਰ ਇਹ ਛਪੇ ਹੋਏ ਨੇ, ਪਰ ਪਰਮੇਸ਼ਰ ਤੋਂ ਕਿਵੇਂ ਛਪੇ। ਅਗਨ ਛਪੈ ਜਿਮਸ਼ਾਰ ਮੈਂ ਇਉਂ ਮਾਨੋ ਜਿਵੇਂ ਅੱਗ ਰਾਖ ਦੇ ਵਿੱਚ ਹੁੰਦੀ ਹੈ ਪਰ ਦਿਸਦੀ ਨਹੀਂ ਹੈ। ਐਸੇ ਰੂਪ ਛਪਾਏ ਇਉਂ ਰੂਪ ਛਪਾ ਲਿਆ ਪਰਮੇਸ਼ਰ ਨੇ। ਭਗਤ ਹੇਤ ਭਗਵੰਤ ਨੇ ਭਾਵ ਕੇ ਕੌਤਕ ਹੇਤ ਪਰਮੇਸ਼ਰ ਨੇ, ਵਾਹਿਗੁਰੂ ਨੇ ਸੇਵਾ ਦੇ ਰੂਪ ਵਿੱਚ ਕੌਤਕ ਕੀਨੋ ਆਏ। ਇਹ ਮਹਾਨ ਵੱਡਾ ਕੌਤਕ ਕੀਤਾ ਹਰਿਮੰਦਰ ਸਾਹਿਬ ਪਹੁੰਚ ਕੇ। ਕਵੀ ਵਾਚ ਸਵਈਆ ਜਾਹੇ ਧਿਆਨ ਧਰੇ ਨਿਸਬਾਸਰ ਜਿਨ੍ਹਾਂ ਦਾ ਧਿਆਨ ਧਰਦੇ ਨੇ ਦਿਨ ਰਾਤ
ਰਾਤ ਖੋਜ ਫਿਰੇ ਸਭ ਅੰਤ ਨ ਪਾਇਓ। ਕੋਈ ਵੀ ਅੰਤ ਨਹੀਂ ਪਾ ਸਕਿਆ ਜਿਨ੍ਹਾਂ ਦਾ। ਸਿੱਧ ਸਮਾਧ ਲਗਾਏ ਰਹੇ। ਸਮਾਧੀਆਂ ਲਾ ਕੇ ਸਿੱਧਾਂ ਨੇ ਵੀ ਬੜਾ ਜ਼ੋਰ ਲਾ ਲਿਆ। ਰਿਖ ਨਾਰਦ ਸਾਰਦ ਧਿਆਨ ਨ ਆਇਓ। ਨਾਰਦ ਸਾਰਦ ਵੀ ਧਿਆਨ ਲਾ ਕੇ ਥੱਕ ਗਏ। ਨੇਤ ਹੀ ਨੇਤਰ ਰਹਿ ਨਿਸਬਾਸਰ। ਦਿਨ ਰਾਤ ਹੀ ਬੇਅੰਤ ਹੈ ਆਖਦੇ ਹਨ। ਵੇਦ ਬੇਅੰਤ ਨ ਅੰਤ ਲਖਾਇਓ। ਕਿਉਂਕਿ ਵੇਦਾਂ ਨੇ ਵੀ ਅੰਤ ਨਹੀਂ ਪਾ ਸਕਿਆ। ਕਥੰਤ ਵੇਦਾ ਗੁਣੰਤ ਗੁਣੀਆਂ। ਸੋ ਭਗਵੰਤ ਭਇਓ ਵਸ ਸੰਤ। ਉਹ ਭਗਵਾਨ ਪਰਮੇਸ਼ਰ ਆਪਣੇ ਸੰਤਾਂ ਦੇ ਵਸ ਵਿੱਚ ਹੈ, ਆਪਣੇ ਪਿਆਰਿਆਂ ਦੇ ਵਸ ਵਿੱਚ ਹੈ। ਮਜੂਰ ਧਰੇ ਬਪਕਾਰ ਕਢਾਇਓ। ਮਜ਼ਦੂਰ ਬਣ ਕੇ ਆ ਕੇ ਹਰਿਮੰਦਰ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਰਹਿਮਤਾਂ ਕਰਨ ਵਾਸਤੇ ਕਾਰ ਕੱਢ ਰਹੇ ਹਨ। ਚੌਪਈ ਗੁਰੂ ਅਰਜਨ ਦਿਖ ਬਿਸਮੈ ਪਾਇਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤੱਕ ਲਿਆ। ਸਤਿਗੁਰੂ ਮਹਾਰਾਜ ਲੈਚੀ ਬੇਰੀ ਕੋਲ ਬੈਠੇ ਸਨ। ਬਹੁਤ ਸੰਗਤਾਂ ਦੇਵੀ ਦੇਵਤੇ ਲੱਗੇ ਨੇ, ਦੇਖਦੇ ਨੇ ਵੀ ਇਹ ਨਵੀਂ ਸੰਗਤ ਕਿੱਧਰੋਂ ਆਈ ਹੈ। ਮਹਾਰਾਜ ਉੱਠ ਕੇ ਖੜ ਕੇ ਦੇਖਣ ਲੱਗੇ, ਜਿਹਨੂੰ ਅੱਜ ਆਪਾਂ ਦਰਸ਼ਨੀ ਡਿਊਟੀ ਕਹਿੰਦੇ ਆ। ਇੱਥੇ ਪਰਮੇਸ਼ਰ ਟੋਕਰੀ ਲਈ ਆ ਰਿਹਾ ਸੀ, ਕਾਰ ਦੀ ਭਰੀ ਹੋਈ। ਅਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਜਦੋਂ ਨੇਤਰ ਗਏ, ਨੇਤਰ ਜੁੜੇ, ਨਿਰੰਕਾਰ ਨੂੰ ਤੱਕਿਆ। ਉਸ ਸਮੇਂ ਨਿਰੰਕਾਰ ਦੇ ਪਿਆਰ ਦੇ ਵਿੱਚ ਨਿਰੰਕਾਰ ਦੀ ਹੀ ਬਾਣੀ ਸੂਹੀ ਮਹੱਲਾ ਪੰਜਵਾਂ ਇਹ ਸ਼ਬਦ ਉਚਾਰਨ ਕੀਤਾ ਸੀ। ਸੰਤਾਂ ਕੀ ਕਾਰਜ ਆਪ ਖਲੋਇਆ ਹਰ, ਕੰਮ ਕਰਾਵਣ ਆਇਆ ਰਾਮ। ਕੰਮ ਕਰਨ ਵਾਸਤੇ ਆਇਆ। ਮਹਾਰਾਜ ਦੇ ਬਚਨ ਨੇ ਇਸੇ ਸਥਾਨ ਦੇ ਬਚਨ ਨੇ। ਸੋ ਆਓ ਅਗਲਾ ਇਤਿਹਾਸ ਕੱਲ੍ਹ ਨੂੰ ਸੁਣਨਾ। ਸਮੇਂ ਦੀ ਸਮਾਪਤੀ ਹੈ। ਪੰਗਤੀਆਂ ਸਰਵਣ ਕਰਕੇ ਫਤਿਹ ਪ੍ਰਵਾਨ ਕਰਨੀ। ਗੁਰ ਅਰਜਨ ਦਿਖ ਬਿਸਮੈ ਪਾਇਓ। ਇਹ ਮਜੂਰ ਨੌਤਨ ਹੈ ਆਇਓ। ਜਾਂ ਕੇ ਤਨ ਛਾਇਆ ਨਹਿ ਪਰੈ। ਏ ਭਗਵੰਤ ਔਰ ਨਹਿ ਨਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।